गुड मॉर्निंग गाइस। अपना फर्स्ट यूनिट ਦਾ ਸੈਕੰਡ ਚੈਪਟਰ ਸਟਾਰਟ ਕਰਦੇ ਹਾਂ। ਚੈਪਟਰ ਦਾ ਨਾਮ ਹੈ ਇਲੈਕਟ੍ਰਿਕ ਫੀਲਡ। ਤੁਹਾਡਾ ਜਿਹੜਾ 2.01 ਟੌਪਿਕ ਹੈ ਦੈਟ ਇਜ਼ ਆਲਸੋ ਇਲੈਕਟ੍ਰਿਕ ਫੀਲਡ। ਵਟ ਇਜ਼ ਦਾ ਮੀਨਿੰਗ ਆਫ ਇਲੈਕਟ੍ਰਿਕ ਫੀਲਡ? ਇਲੈਕਟ੍ਰਿਕ ਫੀਲਡ ਹੈ ਕੀ ਹੈ? ਸਭ ਤੋਂ ਪਹਿਲਾਂ ਇਸ ਕਨਸੈਪਟ ਨੂੰ ਸਮਝਦੇ ਹਾਂ। ਤੁਹਾਡੇ ਕੋਲੇ ਕੋਈ ਵੀ ਚਾਰਜ ਹੈ, ਇਟ ਮੇ ਬੀ ਪੋਜ਼ਿਟਿਵ, ਇਟ ਮੇ ਬੀ ਨੈਗੇਟਿਵ, ਕੋਈ ਵੀ ਚਾਰਜ ਹੋ ਸਕਦਾ ਹੈ ਇੱਥੇ। ਇਸ ਚਾਰਜ ਦੇ ਅਰਾਊਂਡ ਇਹਦਾ ਕੁਝ ਇਫੈਕਟ ਹੈ। ਆਪਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਇਸ ਚਾਰਜ ਦੇ ਅਰਾਊਂਡ ਇਹਦਾ ਕੁਝ ਇਫੈਕਟ ਆ? ਆਪਾਂ ਇੱਕ ਟੈਸਟ ਚਾਰਜ, ਕੱਲ ਵੀ ਇਸ ਟੌਪਿਕ ਤੇ ਗੱਲ ਕੀਤੀ ਸੀ। ਟੈਸਟ ਚਾਰਜ ਆ ਜਿਹੜਾ ਦੈਟ ਇਜ਼ ਆਲਵੇਜ਼ ਪੋਜ਼ਿਟਿਵ। ਆਪਾਂ ਇੱਕ ਟੈਸਟ ਚਾਰਜ ਨੂੰ ਇਸ ਸੋਰਸ ਚਾਰਜ ਦੇ ਕੋਲੇ, ਇਸ ਮੇਨ ਚਾਰਜ ਦੇ ਕੋਲੇ ਲੈ ਕੇ ਆਉਂਦੇ ਆ। ਜਦੋਂ ਇਸ ਟੈਸਟ ਚਾਰਜ ਨੂੰ ਇੱਧਰ ਲੈ ਕੇ ਜਾਓਗੇ, ਥੋੜੇ ਜਿਹੇ ਡਿਸਟੈਂਸ ਤੇ ਆ ਕੇ ਇਹ ਰਿਪਲਸਿਵ ਫੋਰਸ ਫੀਲ ਕਰੇਗਾ। ਰਿਪਲਸਿਵ ਫੋਰਸ ਮੀਨਸ ਟੂ ਸੇ ਇਹ ਵੀ ਪੋਜ਼ਿਟਿਵ ਚਾਰਜ ਹੈ, ਟੈਸਟ ਚਾਰਜ ਵੀ ਪੋਜ਼ਿਟਿਵ ਚਾਰਜ ਹੈ, ਸੇਮ ਚਾਰਜਸ ਦੇ ਵਿੱਚ ਰਿਪਲਸ਼ਨ ਹੁੰਦੀ ਹੈ। ਜੇ ਇੱਥੇ ਨੈਗੇਟਿਵ ਚਾਰਜ ਹੁੰਦਾ ਤਾਂ ਆਪਾਂ ਸੋਰਸ ਚਾਰਜ ਨੂੰ ਕੋਲ ਲੈ ਕੇ ਆਉਂਦੇ ਤਾਂ ਫੋਰਸ ਹੈ ਜਿਹੜੀ ਉਹ ਅਟਰੈਕਟਿਵ ਫੋਰਸ ਹੁੰਦੀ। ਦੈਟ ਮੀਨਸ ਟੂ ਸੇ ਇਸ ਮੇਨ ਸੋਰਸ ਦੇ ਅਰਾਊਂਡ ਕੁਛ ਸਪੇਸ ਹੈ ਜਿੱਥੇ ਇਸ ਸੋਰਸ ਚਾਰਜ ਦਾ ਇਫੈਕਟ ਆ। ਦੈਟ ਇਫੈਕਟ ਇਜ਼ ਕਾਲਡ ਇਲੈਕਟ੍ਰਿਕ ਫੀਲਡ. Electric field due to a charge is the space around the charge in which any other charge is acted upon by electrostatic force. Means to say ਕਿ ਇਸ ਚਾਰਜ ਦੇ ਅਰਾਊਂਡ ਕੁਝ ਸਪੇਸ ਜਿੱਥੇ ਆਪਾਂ ਉਸ ਸਪੇਸ ਦੇ ਵਿੱਚ ਆਪਾਂ ਕਿਸੇ ਟੈਸਟ ਚਾਰਜ ਨੂੰ ਲੈ ਕੇ ਆਉਂਦੇ ਆ ਤਾਂ ਉਹ ਫੋਰਸ ਐਕਸਪੀਰੀਅੰਸ ਕਰਦਾ। ਕਦੇ ਕਰਕੇ ਕਰਦਾ? ਡਿਊ ਟੂ ਇਲੈਕਟ੍ਰਿਕ ਫੀਲਡ। ਕਨਸੈਪਟ ਕਲੀਅਰ? ਨੈਕਸਟ ਯਾਰ 2.02 ਟੌਪਿਕ। ਹੁਣ ਬੇਟਾ ਆਪਾਂ ਇਹ ਗੱਲ ਕਰ ਲਈ ਕਿ ਇਲੈਕਟ੍ਰਿਕ ਫੀਲਡ ਹੈ। ਇਲੈਕਟ੍ਰਿਕ ਫੀਲਡ ਦਾ ਕਨਸੈਪਟ ਕਲੀਅਰ ਹੋ ਗਿਆ ਕਿ ਇਲੈਕਟ੍ਰਿਕ ਫੀਲਡ ਹੈ ਕੀ ਹੈ। ਇਸ ਸੋਰਸ ਦੇ ਅਰਾਊਂਡ ਕੁਝ ਸਪੇਸ ਹੈ, ਇਸ ਸਪੇਸ ਦੇ ਵਿੱਚ ਇਸ ਚਾਰਜ ਦਾ ਇਫੈਕਟ ਹੈ। ਆਪਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਕੋਈ ਇਫੈਕਟ ਹੈ? ਆਪਾਂ ਆਪਣੇ ਟੈਸਟ ਚਾਰਜ ਨੂੰ ਇਹਦੇ ਕੋਲ ਲੈ ਕੇ ਆਂਦਾ। ਇਹ ਜਿਹੜਾ ਟੈਸਟ ਚਾਰਜ ਆ ਇਟ ਐਕਸਪੀਰੀਅੰਸ ਫੋਰਸ, ਇਹਦੇ ਤੇ ਕੁਝ ਫੋਰਸ ਲੱਗੇਗੀ। ਉਹ ਫੋਰਸ ਕਿਹਦੇ ਕਰਕੇ ਲੱਗੀ? ਡਿਊ ਟੂ ਦਾ ਇਲੈਕਟ੍ਰਿਕ ਫੀਲਡ ਆਫ ਦਿਸ ਸੋਰਸ ਚਾਰਜ। ਗॉट इट? नेक्स्ट अपना 2.02 टॉपिक है इलेक्ट्रिक फील्ड इंटेंसिटी। कि इलैक्ट्रिक फील्ड कितनी लगेगी, इलैक्ट्रिक फील्ड कितनी लगेगी। ਆਪਾਂ ਬੇਟਾ ਗੱਲ ਕੀਤੀ ਹੈ ਕਿ ਜਦੋਂ ਆਪਾਂ ਟੈਸਟ ਚਾਰਜ ਨੂੰ ਮੇਨ ਸੋਰਸ ਚਾਰਜ ਦੇ ਕੋਲ ਲੈ ਕੇ ਆਉਂਦੇ ਇਟ ਐਕਸਪੀਰੀਅੰਸ ਫੋਰਸ। ਉਹ ਕਿੰਨੀ ਫੋਰਸ ਐਕਸਪੀਰੀਅੰਸ ਕਰਦਾ? F is equal to Q naught into E. Q naught is test charge, E is electric field generated by source charge, and F is the force experienced by this test charge. F is equal to Q into E. From here we can find electric field. Electric field is equal to F upon Q naught. ਇਹਨੂੰ ਬੇਟਾ ਇੱਥੋਂ ਆਪਾਂ ਡਿਫਾਈਨ ਕਰ ਸਕਦੇ ਹਾਂ। ਇਸ ਚੀਜ਼ ਨੂੰ ਆਪਾਂ ਵਰਡਿੰਗ ਦੀ ਫਾਰਮ 'ਚ ਕਿੱਦਾਂ ਲਿਖ ਸਕਦੇ ਹਾਂ? ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਅ ਪੁਆਇੰਟ, electric field intensity at a point may be defined as force experienced per unit positive test charge without disturbing the source charge. Electric field intensity due to a source charge is defined as force experienced per unit test charge without disturbing the source charge. ਜਿਹੜਾ ਟੈਸਟ ਚਾਰਜ ਆਇਆ ਸੀ ਨਾ ਉਹਨੇ ਆਪਣੇ ਇਸ ਮੇਨ ਸੋਰਸ ਚਾਰਜ ਨੂੰ ਡਿਸਟਰਬ ਨਹੀਂ ਕੀਤਾ। ਇਹ ਐਜ਼ ਇਟ ਇਜ਼ ਜਿੱਥੇ ਪਿਆ ਉੱਥੇ ਪਿਆ। ਇਸ ਸੋਰਸ ਚਾਰਜ ਦੇ ਦੁਆਰਾ ਜਨਰੇਟ ਕੀਤੀ ਇਲੈਕਟ੍ਰਿਕ ਫੀਲਡ ਦੇ ਦੌਰ ਨਾਲ ਇਹਦੇ ਤੇ ਫੋਰਸ ਲੱਗੀ ਸੀ। ਸੋਰਸ ਚਾਰਜ ਨੂੰ ਡਿਸਟਰਬ ਨਹੀਂ ਕੀਤਾ। ਸੋ ਇਹਨੂੰ ਆਪਾਂ ਡਿਫਾਈਨ ਕਰਨਾ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਮੇ ਬੀ ਡਿਫਾਈਨਡ ਐਜ਼ ਫੋਰਸ ਐਕਸਪੀਰੀਅੰਸ ਪਰ ਯੂਨਿਟ ਟੈਸਟ ਚਾਰਜ ਵਿਦਾਊਟ ਡਿਸਟਰਬਿੰਗ ਦਾ ਸੋਰਸ ਚਾਰਜ। that is your 2.02 topic. Next here 2.03 topic physical significance of electric field. कि electric field ਦਾ physical significance ਕੀ ਹੈ?
देखो राजी, इलैक्ट्रिक फील्ड का सिग्नीफिकेंस है कुछ। एक तो आपां नूं ये पता चलदा कि टू चार्जिस कैप्ट एट अ डिस्टेंस। देखो आपां क्या इस टेस्ट चार्ज नूं आपां इहदे कोल लैके आउने आ, थोड़ा जिहा डिस्टेंस ते जाके ही इट एक्सपीरियंस फोर्स। एक तो हुण आपां नूं इत्थों ये चीज़ पता लगदी है कि दो चार्ज एट अ डिस्टेंस पए होण तां उहदे उत्ते फोर्स लगदी है। Two charges kept at a distance exert force on each other. Got it? एक ਤਾਂ ਇਹ ਫਿਜ਼ੀਕਲ ਸਿਗਨੀਫੀਕੈਂਸ ਆ। ਚਲੋ ਇਹ ਚੀਜ਼ ਤਾਂ ਆਪਾਂ ਵੈਸੇ ਕੂਲਮ ਲਾ ਦੇ ਵਿੱਚ ਵੀ ਕੱਢੀ ਸੀ। ਕੂਲਮ ਨੇ ਵੀ ਇਹੀ ਚੀਜ਼ ਕਹੀ ਸੀਗੀ ਕਿ ਦੋ ਚਾਰਜ ਨੇ, ਉਹਨਾਂ ਦੋ ਚਾਰਜ ਕੁਝ ਡਿਸਟੈਂਸ ਤੇ ਪਏ ਆ, ਉਹਨਾਂ ਦੇ ਵਿੱਚ ਕੁਝ ਫੋਰਸ ਲੱਗੇਗੀ। ਜੇ ਤਾਂ ਉਹ ਸੇਮ ਚਾਰਜ ਹੋਣਗੇ ਤਾਂ ਰਿਪਲਸਿਵ ਫੋਰਸ ਲੱਗੇਗੀ, ਜੇ ਬੇਟਾ ਉਹ ਆਪੋਜ਼ਿਟ ਚਾਰਜ ਨੇ ਤਾਂ ਅਟਰੈਕਟਿਵ ਫੋਰਸ ਲੱਗੇਗੀ। ਇਹ ਚੀਜ਼ ਕੂਲਮ ਨੇ ਵੀ ਕਹਿਤੀ ਸੀ ਕਿ ਆਪਾਂ ਫਿਰ ਵੀ ਚਲੋ ਇਹਦੇ ਸਿਗਨੀਫੀਕੈਂਸ ਦੇ ਵਿੱਚ ਇਹ ਚੀਜ਼ ਲੈ ਲੈਂਦੇ ਆ। ਦੂਸਰਾ ਕੀ ਹੈ ਕਿ ਜਿਹੜੀ ਇਸ ਕਨਸੈਪਟ ਦੀ ਹੈਲਪ ਦੇ ਨਾਲ ਆਪਾਂ ਫੋਰਸ ਨੂੰ ਇਲੈਕਟ੍ਰਿਕ ਫੀਲਡ ਦੀ ਟਰਮ ਦੇ ਵਿੱਚ ਫਾਈਂਡ ਕਰ ਸਕਦੇ ਹਾਂ। ਕੂਲਮ ਨੇ ਬੇਟਾ ਫੋਰਸ ਦਾ ਕੀ ਐਕਸਪ੍ਰੈਸ਼ਨ ਦਿੱਤਾ ਸੀ, F is equal to 1 upon 4 pi epsilon naught Q1 Q2 upon R square. That is the force determined by Coulomb. बट इत्थे किद्दां आ गई, F is equal to Q naught into E. We can determine the force in terms of electric field. That is the physical significance. Got it? Now here 2.04 topic, electric field due to a point charge. कोई भी point charge है तुहाडे कोले, इत्थे राजे तुहाडा source charge पिया पॉजिटिव क्या हुआ, कोई कोऑर्डिनेट फ्रेम ले लिया आप एक्स वाई जैड, अपने को कोई भी कोऑर्डिनेट फ्रेम है। इत्थे तुहाडा मेन चार्ज पिया, इधर है टेस्ट चार्ज। टेस्ट चार्ज एट अ डिस्टेंस आर फ्रॉम ओरिजिन, पोजीशन वेक्टर अपना आर वेक्टर। अकॉर्डिंग टू कूलम्स लॉ अपने को टेस्ट चार्ज आ, मेन चार्ज आ, अपना सोर्स चार्ज इस टेस्ट चार्ज नू की करेगा, रिपेल करेगा, क्योंकि टेस्ट चार्ज ऑलवेज पॉजिटिव आ, सोर्स चार्ज भी पॉजिटिव आ, सेम चार्जेस दे विच रिपल्शन हुंदी है। F is equal to 1 upon 4 pi epsilon naught Q into Q naught। ਕਿਹੜੇ ਕਿਹੜੇ ਦੋ ਚਾਰजेस ਦੇ ਵਿਚਾਲੇ ਰਿਪਲਸਿਵ ਫੋਰਸ ਲੱਗ ਰਹੀ ਹੈ, Q and Q naught, divided by R square into R cap। देखो ये चीज क्लियर है ना। वेक्टर डिटरमाइंड बोथ मैग्नीट्यूड एंड डायरेक्शन। यूनिट वेक्टर डिटरमाइंड डायरेक्शन एंड दिस इज मैग्नीट्यूड ऑफ फोर्स कि कितनी फोर्स लग रही है। वेक्टर कंट्रीब्यूट्स बोथ मैग्नीट्यूड एंड डायरेक्शन, but our motive is to determine electric field, not force. According to definition, electric field is equal to force experienced per unit test charge without disturbing the source charge. Force की वैल्यू अपने को है 1 upon Q naught as it is आ जाएगा। ਇਹਦੀ जगह ਤੇ बेटा वैल्यू आएगी 1 upon 4 pi epsilon naught Q naught divided by R square into R cap। Q naught कट हो गया। इलेक्ट्रिक फील्ड इज इक्वल टू 1 upon 4 pi epsilon naught Q upon R square into R cap। That is electric field due to a point charge। देखो इलैक्ट्रिक फील्ड तो अपनी एक चार्ज करके इस सोर्स चार्ज ने इलैक्ट्रिक फील्ड जनरेट की सी, ठीक है। जिहड़ी सोर्स चार्ज ने इलैक्ट्रिक फील्ड जनरेट की सी वो आ वाली है। गॉट इट। इसे दे विच ही अपने को बेटा एक पॉइंट आ जाता है, जे तुहाडा पॉजिटिव चार्ज है, सोर्स चार्ज तुहाडा पॉजिटिव आ, आपां टेस्ट चार्ज नूं इहदे कोल लैके आउने आ तां टेस्ट चार्ज है जिहड़ा वो की करेगा बेटा, रिपेल करेगा। सो पॉजिटिव चार्ज करके जिहड़ी फील्ड लगती है बेटा दैट इज ऑलवेज आउटवर्ड।
क्योंकि ਆਪਾਂ ਇੱਕ ਗੱਲ ਕੀਤੀ ਹੈ ਕਿ ਜਿਹੜਾ ਸੋਰਸ ਚਾਰਜ ਹੈ ਉਹ ਪੋਜ਼ਿਟਿਵ ਹੈ ਐਂਡ ਟੈਸਟ ਚਾਰਜ ਇਜ਼ ਆਲਵੇਜ਼ ਅ ਪੋਜ਼ਿਟਿਵ ਚਾਰਜ। ਪੋਜ਼ਿਟਿਵ ਜਦੋਂ ਇਸ ਪੋਜ਼ਿਟਿਵ ਨੂੰ ਫੀਲਡ ਦੇ ਵਿੱਚ ਲੈ ਕੇ ਆਵਾਂਗੇ ਤਾਂ ਉੱਥੇ ਹਮੇਸ਼ਾ ਰਿਪਲਸ਼ਨ ਹੋਏਗੀ। Got it? Electric field due to a positive main source charge is always outward. If our main source charge is negative, then electric field due to a source charge generated its ਆਪਾਂ ਬੇਟਾ ਮੇਨ ਸੋਰਸ ਚਾਰਜ ਨੂੰ ਕੋਲੇ ਲੈ ਕੇ ਆਉਂਦਾ। ਜਦੋਂ ਮੇਨ ਸੋਰਸ ਚਾਰਜ ਨੂੰ ਕੋਲੇ ਲੈ ਕੇ ਆਂਦਾ ਤਾਂ ਇਸ ਨੈਗੇਟਿਵ ਸੋਰਸ ਚਾਰਜ ਦੇ ਦੁਆਰਾ ਜਨਰੇਟ ਕੀਤੀ ਗਈ ਫੀਲਡ ਆ ਜਿਹੜੀ ਉਹ ਆਪਣੇ ਟੈਸਟ ਚਾਰਜ ਨੂੰ ਅਟਰੈਕਟ ਕਰੇਗੀ ਕਿਉਂਕਿ ਇਹ ਨੈਗੇਟਿਵ ਆ, ਆਪਣਾ ਸੋਰਸ ਚਾਰਜ ਆ ਜਿਹੜਾ ਉਹ ਪੋਜ਼ਿਟਿਵ ਹੈ। ਆਪੋਜ਼ਿਟ ਚਾਰਜ ਆਲਵੇਜ਼ ਅਟਰੈਕਟ ਈਚ ਅਦਰ, ਸੋ ਜਿਹੜੀ ਫੋਰਸ ਹੈ ਨੈਗੇਟਿਵ ਚਾਰਜ ਦੇ ਕਰਕੇ ਅਟਰੈਕਟਿਵ ਹੋਏਗੀ, ਇਨਵਰਡ ਹੋਏਗੀ ਐਂਡ ਡਿਊ ਟੂ ਪੋਜ਼ਿਟਿਵ ਸੋਰਸ ਚਾਰਜ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਆਊਟਵਰਡ ਹੋਏਗੀ। ਬੇਟਾ ਇਸ ਕੰਸੈਪਟ ਦਾ ਧਿਆਨ ਰੱਖਣਾ। Electric field due to a positive source charge is in outward direction and electric field due to a negative source charge is always in inward direction. That is your 2.04 article.